ਜੀ ਨਮਸਤੇ ਸਤਿ ਸ੍ਰੀ ਅਕਾਲ ਟੀਵੀ ਪੰਜਾਬ ਵੇਖਣ ਵਾਲੇ ਸਾਡੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ। ਦੋਸਤੋ ਹਿੰਦੁਸਤਾਨ ਦੀ ਤਰੱਕੀ ਦੇ ਵਿੱਚ ਕਿਸੇ ਵੀ ਸੂਬੇ ਦੀ ਤਰੱਕੀ ਦੇ ਵਿੱਚ ਸਭ ਤੋਂ ਵੱਡਾ ਰੋੜਾ ਆਖਿਆ ਜਾਂਦਾ ਭ੍ਰਸ਼ਟਾਚਾਰ ਕਰਪਸ਼ਨ ਤੇ ਉਹ ਕਰਪਸ਼ਨ ਜਿਹੜੀ ਹੈਗੀ ਹੈ ਹਿੰਦੁਸਤਾਨ ਤੇ ਹਰ ਸੂਬੇ ਦੇ ਅੰਦਰ ਵੜਦੀ ਹੋਈ ਸਰਕਾਰੀ ਵਿਭਾਗਾਂ ਵਿੱਚ ਇਸ ਕਦਰ ਤੱਕ ਫੈਲ ਚੁੱਕੀ ਹੈ ਕਿ ਉਹ ਖੁਦ ਜਿਹੜੀ ਬਾੜ ਹੈ ਉਹ ਖੇਤ ਨੂੰ ਖਾਣ ਤੇ ਲੱਗੀ ਹੋਈ ਹੈ ਅਤੇ ਉਹਦੇ ਵਿੱਚ ਪਿਸ ਰਿਹਾ ਦੁਕਾਨਦਾਰ ਵਰਗ ਵਪਾਰੀ ਵਰਗ ਭਾਵੇਂ ਫਿਰ ਆਪਾਂ ਗੱਲ ਕਰੀਏ ਰਾਈਸ ਮਿਲਰਸ ਦੀ। ਸਾਡੇ ਨਾਲ ਪੰਜਾਬ ਰਾਈਸ ਮਿਲਰ ਐਸੋਸੀਏਸ਼ਨ ਦੇ ਪ੍ਰੈਜ਼ੀਡੈਂਟ ਤਰਸੇਮ ਸੈਣੀ ਅਤੇ ਹੋਰ ਨੁਮਾਇੰਦੇ ਵੀ ਨੇ। ਅੱਜ ਉਹ ਭ੍ਰਸ਼ਟਾਚਾਰ ਦੇ ਚੱਲਦੇ ਕਿਸ ਤਰੀਕੇ ਦੀ ਗੱਲ ਆਖਦੇ ਹੋਏ ਜਿਹੜਾ ਹੈਗਾ ਉਹ ਐਫਸੀਆਈ ਦੇ ਖਿਲਾਫ ਹਾਈ ਕੋਰਟ ਜਾਣ ਤੱਕ ਦੀ ਤਿਆਰੀ ਕਰ ਰਹੇ ਨੇ। ਇਹ ਅਸੀਂ ਜਾਣਾਂਗੇ ਕਿ ਕਿਉਂ ਉਹਨਾਂ ਨੂੰ ਇਹ ਰਸਤਾ ਅਖਤਿਆਰ ਕਰਨਾ ਪਿਆ, ਆਖਰਕਾਰ ਕੀ ਖਾਮੀਆਂ ਨੇ ਤੇ ਕਿੱਦਾਂ ਭ੍ਰਸ਼ਟਾਚਾਰ ਜਿਹੜਾ ਹੈਗਾ ਉਹ ਰਾਈਸ ਮਿਲਰ ਨੂੰ ਜਿਹੜਾ ਹੈਗਾ ਉਹ ਚੱਟਣ ਤੇ ਲੱਗਿਆ ਹੋਇਆ ਹੈਗਾ। ਤਰਸੇਮ ਸੈਣੀ ਸਾਹਿਬ ਕੀ ਆਖਣਾ ਚਾਹੋਗੇ ਕਿ ਆਖਰ ਕਿਸ ਤਰੀਕੇ ਨਾਲ ਜਿਹੜਾ ਹੈਗਾ ਰਾਈਸ ਮਿਲਰਸ ਨੂੰ ਜਿਹੜਾ ਹੈਗਾ ਉਹ ਆਪਣਾ ਸ਼ਿਕਾਰ ਬਣਾਇਆ ਜਾ ਰਿਹਾ ਸਿਸਟਮ ਵੱਲ? ਜਿੱਥੇ ਤੱਕ ਰਾਈਸ ਮਿਲਰ ਨੂੰ ਸ਼ਿਕਾਰ ਬਣਾਉਣ ਦੀ ਗੱਲ ਹੈ, ਇਹ ਤਾਂ ਤੁਸੀਂ ਪਿਛਲੇ ਦਿਨੀ ਸਾਡੇ ਮਾਨਯੋਗ ਮੰਤਰੀ ਪਿਊਸ਼ ਗੋਇਲ ਜੀ ਨੇ ਇੱਕ ਐਫਸੀ ਦੀ ਪਰਸੈਪਸ਼ਨ ਦੇ ਬਾਰੇ 'ਚ ਆਪਣਾ ਵਰਜਨ ਦਿੱਤਾ ਸੀਗਾ। ਉਹਨਾਂ ਨੇ ਕਿਹਾ ਵੀ ਕਰਪਟ ਪਰਸੈਪਸ਼ਨ ਹੈ ਜੋ ਇਹਨੂੰ ਠੀਕ ਕਰਨਾ। ਸੋ ਅੱਜ ਦਾ ਜਿਹੜਾ ਸਾਡਾ ਏਜੰਡਾ ਮੇਨ ਹੈ ਕਿ ਸਾਡੇ ਜਦੋਂ ਇਹ ਰਿਐਕਸ਼ਨ ਹੋਇਆ, ਇਹਦਾ ਰਿਐਕਸ਼ਨ ਇਹ ਹੋਇਆ ਕਿ ਕੁਝ ਅਧਿਕਾਰੀ ਜੋ ਰੀਜਨਲ ਆਫਿਸ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਬੈਠੇ ਨੇ, ਉਹਨਾਂ ਨੇ ਰੋਪੜ ਦਾ ਡੀਪੂ ਜਾ ਕੇ ਵਿਜ਼ਿਟ ਕੀਤਾ। ਵਿਜ਼ਿਟ ਜਾ ਕੇ ਓਵਰਲੀ ਇੰਸਟਰਕਸ਼ਨ ਪਾਸ ਕਰਦੇ ਆ ਕਿ ਸਟਾਕ ਨੂੰ ਰਿਜੈਕਟ ਕਰ ਦਿਓ। ਉੱਥੇ ਬਾਹਰ ਸਟਾਕ ਪਿਆ ਸੀ ਕੁਛ, ਅਤੇ ਉਹ ਸਟਾਕ ਨੂੰ ਰਿਜੈਕਟ ਕੀਤਾ। ਜਦੋਂ ਉਸ ਰਿਜੈਕਟ ਕਰਨ ਤੋਂ ਬਾਅਦ ਅਸੀਂ ਨੇ ਉਹਦੀ ਅਪੀਲ ਮਿਲਰਜ਼ ਨੂੰ ਕਿਹਾ, ਮਿਲਰ ਨੇ ਅਪੀਲ ਪਾਈ। ਅਪੀਲ ਦੇ ਵਿੱਚ ਅਲਟੀਮੇਟਲੀ ਕੀ ਹੋਇਆ, ਇੱਕ ਡਿਸਟ੍ਰਿਕਟ ਲੈਵਲ ਦੀ ਅਪੀਲ ਹੁੰਦੀ ਹੈ, ਫਿਰ ਰੀਜਨਲ ਆਫਿਸ ਦੀ ਲੀਵ ਹੁੰਦੀ ਹੈ, ਫਿਰ ਇੱਕ ਦਿੱਲੀ ਲੈਵਲ 'ਤੇ ਹੁੰਦੀ ਹੈ। ਸੋ ਦੋ ਸੈਂਪਲਾਂ ਦੇ ਵਿੱਚ ਵੇਰੀਏਸ਼ਨ ਆਈ 10 ਤੋਂ 200% ਦੀ। ਇੱਕ ਲੈਬ ਇੱਕ ਰਿਫਲੈਕਸ਼ਨ 'ਚ ਪਾਸ ਕਰਦੀ ਹੈ, ਦੂਜੀ ਨੂੰ ਉਹਦੇ 'ਚ ਰਿਜੈਕਟ ਕਰਦੀ ਹੈ, ਤੀਜੀ ਨੂੰ ਹੋਰ ਰਿਫਲੈਕਸ਼ਨ 'ਚ ਰਿਜੈਕਟ ਕਰਦੀ ਹੈ। ਸੋ ਅਲਟੀਮੇਟਲੀ ਇਹ ਪ੍ਰੂਵ ਹੋਇਆ ਕਿ ਜਿਹੜੀ ਵੇਰੀਏਸ਼ਨ ਇੰਨੇ % ਦੀ ਆ ਰਹੀ ਹੈ, ਇਹਦਾ ਕੀ ਰੀਜ਼ਨ ਹੈ? ਉਹਦਾ ਰੀਜ਼ਨ ਇਹੀ ਸੀ ਵੀ ਜਿਹੜਾ ਰੀਜਨਲ ਲੈਵਲ ਦੇ ਵਿੱਚ ਬੈਠੇ ਅਧਿਕਾਰੀ ਨੇ, ਉਹ ਜੋ ਵੀ ਫੀਲਡ ਸਟਾਫ ਮਾਲ ਲਗਾਉਂਦਾ ਉਹਨੂੰ ਥ੍ਰੈਟ ਕਰਦੇ ਨੇ, ਅਸੀਂ ਇਹਨੂੰ ਰਿਜੈਕਟ ਕਰਾਂਗੇ, ਨਹੀਂ ਪੈਸੇ ਲੈ ਕੇ ਸੈੱਲ ਲੈਣ ਤੋਂ ਦਿਓ। ਅਤੇ ਜਦੋਂ ਇਹ ਇੰਨਾ ਵੇਰੀਏਸ਼ਨ ਆਈ, ਅਸੀਂ ਚੈੱਕ ਕੀਤਾ, ਨਾਲ ਦੀ ਨਾਲ ਉਹਨਾਂ ਨੇ ਫਿਰ ਇੱਕ ਡਿਪੂ ਸਾਡੇ ਮਰਿੰਡੇ ਡਿਪੂ ਦੇ ਵਿੱਚ ਸੈਂਪਲ ਲਿੱਤਾ। ਰੀਜਨਲ ਲੈਬ ਨੇ ਉਹਨੂੰ ਫਿਰ ਰਿਜੈਕਟ ਕੀਤਾ, ਦਿੱਲੀ ਦੇ ਲੈਬ ਨੇ ਉਹਨੂੰ ਪਾਸ ਕਰਤਾ। ਸੋ ਇਹ ਜਿਹੜੇ ਰੀਜਨਲ ਲੈਵਲ 'ਚ ਬੈਠੇ ਅਧਿਕਾਰੀ ਨੇ, ਜਿਸ ਦਿਨ ਤੋਂ ਵੀ ਸਾਡੇ ਰੀਜਨਲ ਜਿਹੜੇ ਸੈਂਟਰ ਦੇ ਮਿਨਿਸਟਰ ਸਾਹਿਬ ਨੇ ਕਿਹਾ ਐਫਸੀ ਦੀ ਪਰਸੈਪਸ਼ਨ ਠੀਕ ਕਰਨੀ ਹੈ, ਦੇਰ ਆਰ ਨਾਟ ਇੰਟਰਸਟਡ ਕਿ ਇਹ ਪਰਸੈਪਸ਼ਨ ਠੀਕ ਕੀਤੀ ਜਾਵੇ, ਕਿ ਉਹਨਾਂ ਦੇ ਬੈਸਟ ਇੰਟਰਸਟ ਹੈ। ਸੋ ਬੀਇੰਗ ਏ ਨੈਸ਼ਨਲ ਲੀਡਰ ਐਂਡ ਬੀਇੰਗ ਏ ਪੰਜਾਬ ਰਾਈਸ ਮਿਲਰ ਐਸੋਸੀਏਸ਼ਨ ਲੀਡਰ, ਮੈਂ ਤੁਹਾਨੂੰ ਕਹਿਣਾ ਚਾਹੁੰਦਾ ਐਫਸੀ ਮੈਨੇਜਮੈਂਟ ਨੂੰ ਤੁਹਾਡੇ ਦੁਆਰੇ ਕਿ ਇਹਨਾਂ ਦੀਆਂ ਆਦਤਾਂ ਨੂੰ ਠੀਕ ਕਰੋ, ਅਤੇ ਜਿਹੜੇ ਇਹ ਅਧਿਕਾਰੀ ਨੇ ਔਰ ਜਿਹੜਾ ਇਹ ਮਤਲਬ ਡਿਫਰੈਂਸ ਆਇਆ, ਇਹਦੇ 'ਤੇ ਬਣਦਾ ਐਕਸ਼ਨ ਕੀਤਾ ਜਾਵੇ। ਜੇ ਨਹੀਂ ਕਰਨਗੇ ਤਾਂ ਅਸੀਂ ਹਾਈ ਕੋਰਟ ਦੇ ਵਿੱਚ ਜਾ ਕੇ ਇਹਨਾਂ ਦੇ ਅਗੇਂਸਟ ਐਫਸੀ ਮੈਨੇਜਮੈਂਟ ਨੂੰ ਦੱਸਾਂਗੇ, ਕਿਉਂਕਿ ਆਲਰੇਡੀ ਅਸੀਂ ਕਿਹਾ ਵੀ ਡਿਜੀਟਲ ਲੈਬ ਲਗਾਓਗੇ ਤਾਂ ਇਹ ਕਰਪਸ਼ਨ ਖਤਮ ਹੋਏਗੀ। ਸਟਿਲ ਅਜੇ ਤੱਕ ਉਹ ਲੈਬਸ ਜਿਹੜੀਆਂ ਨਹੀਂ ਲੱਗੀਆਂ ਹੈਗੀਆਂ। ਦੋਸਤੋ ਜੇਕਰ ਪੰਜਾਬ ਰਾਈਸ ਮਿਲਰ ਐਸੋਸੀਏਸ਼ਨ ਦੇ ਪ੍ਰੈਜ਼ੀਡੈਂਟ ਤਰਸੇਮ ਸੈਣੀ ਦੀ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਜਾਵੇ ਤਾਂ ਉਹਨਾਂ ਦਾ ਮੰਨਣਾ ਹੈ ਕਿ ਡਿਜੀਟਲ ਲੈਬਸ ਜਿਹੜੀਆਂ ਹੈਗੀਆਂ ਨੇ ਉਹ ਇੱਕ ਰਸਤਾ ਬਣ ਸਕਦੀਆਂ ਨੇ। ਇਸ ਤਰੀਕੇ ਦੀ ਜਿਹੜੀ ਇਹ ਖਾਮੀਆਂ ਕੀਤੀਆਂ ਜਾਂਦੀਆਂ ਨੇ ਕਿ ਇੱਕ ਲੈਬ ਨੇ ਸੈਂਪਲ ਹੋਰ ਤਰੀਕੇ ਨਾਲ ਰਿਪੋਰਟ ਦਿੱਤੀ, ਦੂਜੇ ਲੈਬ ਨੇ ਹੋਰ ਤਰੀਕੇ ਨਾਲ ਰਿਪੋਰਟ ਕਰ ਦਿੱਤਾ, ਤਾਂ ਇਹ ਖਾਮੀਆਂ ਦੂਰ ਕਰਨ ਦਾ ਸਭ ਤੋਂ ਵੱਡਾ ਰਸਤਾ ਜਿਹੜਾ ਹੈਗਾ ਉਹ ਡਿਜੀਟਲ ਲੈਬਸ ਹੀ ਹਨ। ਕਿਸ ਤਰੀਕੇ ਨਾਲ ਸਰਦਾਰ ਸਾਹਿਬ ਤੁਸੀਂ ਵੀ ਆਪਣੀ ਗੱਲ ਰੱਖਣਾ ਚਾਹੋਗੇ? ਸਭ ਤੋਂ ਪਹਿਲਾਂ ਆਪਣਾ ਨਾਮ ਦੱਸੋ ਜੀ। ਮੇਰਾ ਨਾਮ ਗੁਰਦੀਪ ਸਿੰਘ ਚੀਮਾ ਜੀ, ਜਨਰਲ ਸੈਕਟਰੀ ਪੰਜਾਬ ਰਾਈਸ ਮਿਲਰ ਐਸੋਸੀਏਸ਼ਨ। ਜਿਹੜੇ ਇਹ ਸਿਸਟਮ ਚੱਲ ਰਿਹਾ ਜੀ, ਇਹ ਸਿਰਫ ਸਿਸਟਮ ਦਾ ਹੀ ਵੀ ਕਿਸੇ ਤਰ੍ਹਾਂ ਕਰਪਸ਼ਨ ਕੀਤੀ ਜਾਵੇ ਔਰ ਮਿਲਰਾਂ ਨੂੰ ਤੰਗ ਕਰਕੇ, ਜਿਸ ਤਰ੍ਹਾਂ ਸੈਣੀ ਸਾਹਿਬ ਨੇ ਦੱਸਿਆ, ਅਸੀਂ ਕਾਫੀ ਦੇਰ ਤੋਂ ਕਰਦੇ ਹਾਂ, ਇਹ 10% ਸਾਡੀ ਪੇਮੈਂਟ ਕਰਦੇ ਨੇ। ਉਹ ਵੀ ਕਈ ਤਰੀਕਾ, ਜਦ ਕਿ ਵੀਟ ਹੋਵੇ, ਪੈਡੀ ਹੋਵੇ, ਰਾਈਸ ਹੋਵੇ, ਸਾਰਾ ਜਣਾ 100% ਇਹਨਾਂ ਦੇ ਕੰਡੇ ਲੱਗੇ ਪਏ ਨੇ, ਉਹਦੇ ਤੁੱਲ ਜਾਂਦੇ ਨੇ। ਲੇਕਿਨ ਡਿਪੂਆਂ ਨੂੰ ਪੈਸੇ ਦਿਵਾਉਣ ਦੇ ਚੱਕਰ 'ਚ ਇਹ ਕੀ ਕਰਦੇ ਨੇ, 10% ਜਿਹੜੀ ਪੇਮੈਂਟ ਕਰਦੇ ਨੇ। ਉਵੇਂ ਹੀ ਜਿਹੜੇ ਟੀਆਂ ਤੋਂ ਇਹ ਸੈਂਪਲ, ਉਹ ਟੀਆਂ ਨੂੰ ਪ੍ਰੈਸ਼ਰ ਕਰਕੇ ਵੀ ਪਾਰਟੀਆਂ ਤੋਂ ਪੈਸੇ ਲਿੱਤੇ ਜਾਣਗੇ ਔਰ ਪੈਸੇ ਥੱਲੇ ਤੋਂ ਲੈ ਕੇ ਉੱਪਰ ਤੱਕ ਦੇਣ ਵਾਸਤੇ ਇਹ ਸਿਸਟਮ ਇੱਕ ਇਹਨਾਂ ਨੇ ਸਮਝ ਲਓ ਵੀ ਇੱਕ ਟੂਲ ਫੜਾਇਆ ਪਿਆ ਜੀ ਤਰੀਕੇ ਨਾਲ। ਜਦ ਕਿ ਅਸੀਂ ਇਹਨੂੰ ਚਾਹੁੰਦੇ ਹਾਂ, ਸਾਡੇ ਪ੍ਰਾਈਮ ਮਿਨਿਸਟਰ ਆਫ ਇੰਡੀਆ ਵੀ ਇਹ ਚਾਹੁੰਦੇ ਨੇ ਵੀ ਇਹ ਸਿਸਟਮ ਖਤਮ ਹੋਣਾ ਚਾਹੀਦਾ, ਡਿਜੀਟਲ ਸਿਸਟਮ ਹੋਣਾ ਚਾਹੀਦਾ ਜੀ। ਅਸੀਂ ਵੀ ਚਾਹੁੰਦੇ ਹਾਂ ਵੀ ਸਾਡਾ ਮਿਲਰ ਜਾਵੇ ਹੀ ਨਾ, ਆਟੋਮੈਟਿਕਲੀ ਸਾਡੀ ਗੱਡੀ ਜਾਵੇ, ਕੰਸਾਈਨਮੈਂਟ ਪਾਸ ਹੋਵੇ, ਅੰਦਰ ਹੋ ਜੇ। ਕਿਉਂਕਿ ਇਹ ਇਹਨਾਂ ਨੇ 3-4 ਸਟੈਪ ਇਵੇਂ ਰੱਖੇ ਨੇ, ਕਦੀ ਕੰਡੇ ਦੇ ਸਾਡੀ, ਕਦੀ ਗੇਟ ਖੋਲ੍ਹਣਾ ਹੀ। ਜਦ ਕਿ ਜਦੋਂ ਸਪੈਸ਼ਲ ਭਰਦੀ ਹੈ ਉਹ ਸਵੇਰ ਨੂੰ 8 ਵਜੇ ਤੋਂ ਲੈ ਕੇ ਰਾਤ ਦੇ 12 ਵਜੇ ਤੱਕ ਗੇਟ ਖੋਲ੍ਹਦੇ ਨੇ। ਸਾਡੇ ਕੀ ਕਰਦੇ ਨੇ, ਸਵੇਰੇ 10 ਵਜੇ ਜੀ, 11 ਵਜੇ ਸਟਾਫ ਨਹੀਂ ਆਇਆ ਜੀ, 2 ਵਜੇ ਬੰਦ ਜੀ, 3 ਵਜੇ ਬੰਦ।
ਦੇਖੋ ਸਾਡੇ ਅਸੀਂ ਜਿਹੜਾ 31 ਮਾਰਚ ਤੱਕ ਮਾਲ ਦੇਣਾ ਹੁੰਦਾ ਜੀ, ਹੁਣ ਇਹਨਾਂ ਨੇ ਕਰਤਾ ਜੀ FRK ਲੈਣਾ ਜੀ, ਸਾਡਾ 50% ਤੋਂ ਵੱਧ ਉਹ ਬੰਦ ਕਰਤਾ। ਇਹ ਸਾਰਾ ਇੱਕ ਸਿਸਟਮ ਥੱਲੇ ਤੋਂ ਲੈ ਕੇ ਉੱਪਰ ਤੱਕ ਕਰਪਟ ਸਿਸਟਮ ਬਣਿਆ ਪਿਆ ਜੀ। ਇਹਨੂੰ ਤਰੀਕੇ ਨਾਲ ਵੀ ਇਹਨਾਂ ਨੂੰ ਕਿਵੇਂ ਆਪਣੇ ਪੈਸੇ ਇਕੱਠੇ ਕਰੀਏ, ਉਹਦਾ ਹੀ ਇਹ ਟੂਲ ਕੋਈ ਨਾ ਕੋਈ ਤਰੀਕਾ ਨਵਾਂ FC ਬਣਾ ਕੇ ਦੇ ਦਿੰਦੀ ਹੈ, ਔਰ ਉਹਦੇ ਨਾਲ ਸਾਡਾ ਜਿਹੜਾ ਸਾਰਾ ਕੰਮ ਸਫਰ ਕਰਦਾ। ਦੋਸਤੋ ਡਿਜੀਟਲ ਲੈਬ ਅਤੇ ਦੂਸਰੀ ਖਾਮੀਆਂ ਦੇ ਚੱਲਦੇ ਜਿਹੜੀ ਰਾਈਸ ਮਿਲਰਸ ਨੂੰ ਪਰੇਸ਼ਾਨੀ ਹੋ ਰਹੀ ਹੈ, ਉਸ ਦੀ ਜਾਂਚ ਜਿਹੜੀ ਹੈ ਉਹ ਕਿਸੇ ਖਾਸ ਤੌਰ ਤੇ ਜਿਹੜਾ ਇਹ ਘਪਲਾ ਸਾਹਮਣੇ ਆਉਂਦਾ ਹੈ, ਇੱਕ ਘਪਲੇ ਵੱਲ ਇਸ਼ਾਰਾ ਕਰਦੀਆਂ ਇਹ ਰਿਪੋਰਟਾਂ ਕਿ ਇੱਕ ਲੈਬ ਰਿਪੋਰਟ ਹੋਰ ਦਿੰਦੀ ਹੈ, ਇੱਕ ਲੈਬ ਰਿਪੋਰਟ ਹੋਰ ਦਿੰਦੀ ਹੈ ਤੇ ਤੀਜੀ ਲੈਬ ਜਿਹੜੀ ਦਿੱਲੀ ਦੀ ਹੈ ਉਹ ਹੋਰ ਰਿਪੋਰਟ ਦਿੰਦੀ ਹੈ। ਕੀ ਲੱਗਦਾ ਸੈਣੀ ਸਾਹਿਬ ਕੋਈ ਜਾਂਚ ਹੋਣੀ ਚਾਹੀਦੀ ਹੈ ਜਾਂ ਤੁਸੀਂ ਕੋਈ ਉਪਰਾਲਾ ਕਰੋਗੇ ਕਿ ਕੋਈ ਏਜੰਸੀ ਇਹਦੀ ਜਾਂਚ ਕਰੇ? ਬਿਲਕੁਲ, ਮੈਂ ਤਾਂ ਕਹਿੰਦਾ ਇਹਦੀ CBI ਦੀ ਜਾਂਚ ਹੋਣੀ ਚਾਹੀਦੀ ਹੈ ਤੇ FC ਮੈਨੇਜਮੈਂਟ ਆਪਣੇ ਲੈਵਲ 'ਤੇ ਜਾਂਚ ਕਰੇ ਤੇ ਨਹੀਂ ਸਾਨੂੰ ਹਾਈ ਕੋਰਟ 'ਚ ਇਹਦੇ ਬਾਰੇ ਜਾਣਾ ਪਏਗਾ, ਕਿਉਂਕਿ ਬਹੁਤ ਵੱਡਾ ਸੀਰੀਅਸ ਇਸ਼ੂ ਹੈ। ਕਿਉਂਕਿ ਇਹ ਗੱਲ ਜਿਹੜੀ ਹੈ ਕਰੌਪ ਅਪ ਕਰਨ ਨੂੰ ਬੜਾ ਟਾਈਮ ਲੱਗਿਆ। ਸੋ ਅੱਜ ਬੜਾ ਉਹ ਹੈ ਤੁਹਾਡੇ ਜ਼ਰੀਏ 'ਚ ਮੈਂ ਕਹਿਣਾ ਚਾਹੂੰਗਾ FC ਮੈਨੇਜਮੈਂਟ ਨੂੰ ਇਹਦੀ CBI ਦੀ ਇਨਕੁਆਇਰੀ ਮਾਰਕ ਕਰਨ। ਇਫ ਦੇ ਫਾਊਂਡ ਕਿ ਮਿਲਰ 'ਚ ਗਲਤੀ ਹੈ ਸਾਨੂੰ ਪਨਿਸ਼ਮੈਂਟ ਕਰਨ, ਪਰ ਮਿਲਰਸ ਦੀ ਮੈਂ ਤੁਹਾਨੂੰ ਬੜੀ ਖੁਸ਼ੀ ਹੋਏਗੀ ਪਿਛਲੇ 15 ਸਾਲ ਦੇ ਵਿੱਚ ਪੰਜਾਬ ਦਾ ਜਿਹੜਾ ਰਾਈਸ ਹੈ ਐਵਰੀ ਸਟੇਟ ਇਜ਼ ਡਿਮਾਂਡਿੰਗ ਪੰਜਾਬ ਰਾਈਸ, ਸੋ ਡਿਊ ਟੂ ਦਾ ਕੁਆਲਿਟੀ। ਸੋ ਇਹਨਾਂ ਬੰਦਿਆਂ ਨੇ ਸਾਨੂੰ ਹਰਾਸ ਕੀਤਾ ਹੋਇਆ ਮਿਲਰ ਨੂੰ। ਇਹ ਬੋਝ ਹੈ ਜਿਹੜਾ ਇਸ ਟਾਈਮ ਰਾਈਸ ਮਿਲਰਸ ਨਹੀਂ ਸਹਿਣ ਕਰਨਗੇ ਜੋ ਇੰਨੀ ਕਰਪਸ਼ਨ ਲੈਣਾ ਚਾਹੁੰਦੇ ਨੇ। ਉਹਦੇ ਲਈ ਸਾਰੇ ਮੇਰੇ ਮਿਲਰਸ ਤਿਆਰ ਨੇ, ਮੇਰੀ ਸਾਰੀ ਐਸੋਸੀਏਸ਼ਨ ਤਿਆਰ ਹੈ, ਅਸੀਂ ਇਹ ਲੜਾਈ ਲੜਾਂਗੇ ਜੀ। ਸੈਣੀ ਸਾਹਿਬ ਤੇ ਬਾਕੀ ਹੋਰ ਜਿਹੜੇ ਆਪਣੇ ਰਾਈਸ ਇੰਡਸਟਰੀ ਦੇ ਨਾਲ ਜੁੜੇ ਹੋਏ ਮੌਤਬਰ ਬੰਦੇ ਨੇ, ਦੇਖੋ ਇਹ ਤਾਂ ਪ੍ਰੋਬਲਮ ਦੀ ਗੱਲ ਹੋ ਗਈ, ਲੇਕਿਨ ਸਰਕਾਰਾਂ ਨੂੰ ਵੀ ਕੋਈ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿਉਂਕਿ ਪੰਜਾਬ ਦੇ ਅੰਦਰ ਵੀ ਹੁਣ ਇਸ ਵੇਲੇ ਸਿਆਸਤ ਦਾ ਮਾਹੌਲ ਭਖਿਆ ਜਾ ਹੋਇਆ। ਤਾਂ ਰਾਈਸ ਮਿਲਰ ਦਾ ਜਿਹੜਾ ਵਪਾਰੀ ਵਰਗ ਹੈ ਉਹ ਕੀ ਚਾਹੁੰਦਾ ਵੀ ਕਿੱਦਾਂ ਦੀ ਸਰਕਾਰ ਆਵੇ ਜਾਂ ਕਿੱਦਾਂ ਦੀ ਪਾਲਿਸੀ ਜਿਹੜੀ ਆ ਰਾਈਸ ਮਿਲਰ ਲਈ ਹੋਵੇ ਜਿਹੜੀ ਉਹਨੂੰ ਸੌਖਾ ਕਰ ਦੇਵੇ? ਸਾਨੂੰ ਤਾਂ ਮੇਨ ਬੇਸਿਕਲੀ ਅਸੀਂ ਸਰਕਾਰਾਂ ਨੂੰ ਕਹਾਂਗੇ ਇੰਸਪੈਕਟਰੀ ਰਾਜ ਤੋਂ ਮੁਕਤ ਹੋਣੀ ਚਾਹੀਦੀ ਹੈ। ਜਿਹੜੀ ਇਹ ਇੰਡਸਟਰੀ ਹੈ, ਜੇ ਤੁਸੀਂ ਮੈਂ ਇਹਨੇ ਵੇ ਕਹਾਂ ਕਿ ਸਾਡੀ 4000 4.5 ਦੇ ਕਰੀਬ ਇੰਡਸਟਰੀ ਹੈ ਸਾਡੇ ਪਿੰਡਾਂ 'ਚ, ਸ਼ਹਿਰਾਂ 'ਚ, ਕਸਬਿਆਂ 'ਚ ਲੱਗੀ ਹੋਈ ਹੈ। ਵੀ ਆਰ ਪ੍ਰੋਵਾਈਡਿੰਗ ਜੋਬ ਟੂ ਦਾ ਜਿਹੜੇ ਅਨਪੜ੍ਹ ਲੋਕ ਨੇ ਜਿਹਨੂੰ ਸਰਕਾਰ ਨਹੀਂ ਦੇ ਸਕਦੀ, ਅਸੀਂ ਉਹਨਾਂ ਨੂੰ ਰੁਜ਼ਗਾਰ ਦਿੰਦੇ ਹਾਂ। ਅਗਰ ਪੈਡੀ ਮਿਲ ਨਾ ਕਰੀਏ ਤਾਂ ਫਾਰਮਰ ਪੈਡੀ ਨਹੀਂ ਲਗਾ ਸਕਦਾ। ਅਗਰ ਅਸੀਂ ਮਿਲ ਨੂੰ ਕਨਵਰਟ ਕਰਕੇ ਰਾਈਸ ਨਾ ਬਣਾਈਏ ਤਾਂ ਸਾਡਾ ਕੰਜ਼ਿਊਮਰ ਨਹੀਂ ਖਾ ਸਕਦਾ। ਔਰ ਜੇ ਸਾਡਾ ਰਾਈਸ ਮਿਲਰ ਇਹਨੂੰ ਮਿਲ ਕਰੇ, ਪੈਡੀ ਨੂੰ ਨਾ ਇੰਟਰਸਟ ਸ਼ੋਅ ਕਰੇ ਤਾਂ ਆੜਤੀ ਦਾ ਕੰਮ ਨਹੀਂ ਚੱਲ ਸਕਦਾ। ਸੋ ਇਹ ਇੱਕ ਜਿਹੜਾ ਹੈਗਾ ਐਗਰੋ ਵੇਸਟ ਸਭ ਤੋਂ ਵੱਡੀ ਇੰਡਸਟਰੀ ਹੈ ਐਂਡ ਖਾਸ ਕਰਕੇ ਇਹ ਪੰਜਾਬ ਦੀ ਰੀੜ੍ਹ ਦੀ ਹੱਡੀ ਹੈ। ਸਰਕਾਰਾਂ ਨੂੰ ਚਾਹੀਦਾ ਹੈ ਇਹਨੂੰ ਇੰਸਪੈਕਟਰੀ ਰਾਜ ਤੋਂ ਨਿਜਾਕਤ ਦਵਾਵੇ, ਕਰਪਸ਼ਨ ਤੋਂ ਨਿਜਾਕਤ ਦਵਾਵੇ। ਔਰ ਸੈਂਟਰ ਸਰਕਾਰ ਨੂੰ ਮੈਂ ਖਾਸ ਕਰਕੇ ਕਹੂੰਗਾ ਕਿ BJP ਨੂੰ ਚਾਹੀਦਾ ਕਿ ਉਹਨਾਂ ਦੇ ਅਧਿਕਾਰੀ ਬਰਗਾਲੇ ਬਚਾਉਣ ਕਿ ਐਡੀ ਬੜੀ ਇੰਡਸਟਰੀ ਹੈ ਜਿਹੜੀ ਪੰਜਾਬ ਦੀ ਸਭ ਤੋਂ ਐਗਰੋ ਵੇਸਟ ਐਂਡ ਸਭ ਤੋਂ ਲਾਰਜੈਸਟ ਇੰਡਸਟਰੀ ਹੈ, ਹਰ ਕਸਬੇ ਪਿੰਡਾਂ 'ਚ ਲੱਗੀ ਹੋਈ ਹੈ। ਉਹਨੂੰ ਬਚਾਉਣ ਵਾਸਤੇ ਘੱਟੋ ਘੱਟ FC ਦਾ ਜਿਹੜਾ ਦੇ ਵਿੱਚ ਇਹ ਭ੍ਰਿਸ਼ਟਾਚਾਰ ਦਾ ਦੈਂਤ ਹੈ ਇਹਨੂੰ ਖਤਮ ਕਰੇ। ਦੋਸਤੋ ਬਿਲਕੁਲ ਐਗਰੋ ਇੰਡਸਟਰੀ ਇੱਕ ਅਜਿਹੀ ਇੰਡਸਟਰੀ ਜਿਹੜੀ ਲੋਕਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਉਂਦੇ ਹੋਏ ਹੋਰ ਚੀਜ਼ਾਂ ਦੀ ਮੈਨੂਫੈਕਚਰਿੰਗ ਤੇ ਉੱਤੇ ਧਿਆਨ ਦਿੰਦੇ ਹੋਏ ਆਪਣੇ ਵਪਾਰ ਨੂੰ ਜਮਾਉਂਦੀ ਹੈ, ਲੇਕਿਨ ਭ੍ਰਿਸ਼ਟਾਚਾਰ ਦੇ ਚੱਲਦੇ ਹੁਣ ਇਹ ਇੰਡਸਟਰੀ ਜਿਹੜੀ ਹੈ ਉਹ ਪੂਰੀ ਤਰ੍ਹਾਂ ਨਾਲ ਅੱਕ ਚੁੱਕੀ ਹੈ। ਉਹਨਾਂ ਦੀ ਵੀ ਮੰਗ ਇਹੀ ਹੈ ਵੀ ਸਰਕਾਰਾਂ ਅਜਿਹੀਆਂ ਆਉਣ ਜਿਹੜੀ ਇੰਡਸਟਰੀ ਦੇ ਲਈ ਪਾਲਿਸੀ ਬਣਾਉਂਦੇ ਹੋਏ ਉਹਨਾਂ ਨੂੰ ਭ੍ਰਿਸ਼ਟਾਚਾਰ ਮੁਕਤ ਜਿਹੜਾ ਪ੍ਰਸ਼ਾਸਨ ਹੈਗਾ ਉਹ ਦੇਣ। ਇਹ तमाम ਚਾਹਤ ਇਹਨਾਂ ਲੋਕਾਂ ਦੀ ਹੈ, ਲੇਕਿਨ ਇਸ ਦੇ ਨਾਲ ਪੰਜਾਬ ਰਾਈਸ ਮਿਲਰ ਐਸੋਸੀਏਸ਼ਨ ਦਾ ਇਹੀ ਆਖਣਾ ਹੈ ਕਿ ਜੇ ਸਰਕਾਰ ਉਹਨਾਂ ਦੀ ਨਹੀਂ ਸੁਣਦੀ ਹੈ ਜਾਂ ਕੋਈ ਸੁਧਾਰ ਸਿਸਟਮ ਵਿੱਚ ਨਹੀਂ ਹੁੰਦਾ ਤਾਂ ਉਹ ਕਾਨੂੰਨ ਦੇ ਦਰਵਾਜ਼ੇ ਤੇ ਦਸਤਕ ਦਿੰਦੇ ਹੋਏ ਹਾਈ ਕੋਰਟ ਵਿੱਚ ਇਸ ਦੀ ਜਾਂਚ ਕੀਤੇ ਜਾਣ ਦੀ ਗੱਲ ਜਾਂ ਅਪੀਲ ਕਰਨਗੇ। ਬਹਰਹਾਲ ਕੈਮਰਾਮੈਨ ਸੁਨੀਲ ਕੁਮਾਰ ਦੇ ਨਾਲ ਗਗਨਦੀਪ ਨਾਰੰਗ, TV ਪੰਜਾਬ, ਚੰਡੀਗੜ੍ਹ। ਸਤਿ ਸ਼੍ਰੀ ਅਕਾਲ ਜੀ, ਮੈਂ ਨਿਰਮਲ ਮਾਨ ਪੂਰਾ ਟੈਕਸ ਸੈਟਲਮੈਂਟ ਤੋਂ। ਇਹ ਤੁਸੀਂ ਵੀਡੀਓ ਦੇਖ ਰਹੇ ਸੀ TV ਪੰਜਾਬ ਦੇ ਉੱਤੇ। ਇਹੋ ਜਿਹੇ ਹੋਰ ਜਾਣਕਾਰੀ ਭਰਪੂਰ ਵੀਡੀਓ ਦੇਖਣ ਵਾਸਤੇ TV ਪੰਜਾਬ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੇਠ ਦਿੱਤੇ ਹੋਏ ਬੈਲ ਆਈਕਨ ਦੇ ਬਟਨ ਦਬਾਓ। ਸਤਿ ਸ਼੍ਰੀ ਅਕਾਲ।